जी बिल्कुल किशन, इस वक्त ਜਿਹੜੇ ਹਾਲਾਤ ਨੇ, ਅਗਰ ਕੱਲ ਦੀ ਗੱਲ ਕਰੀਏ, ਕੱਲ ਤੱਕ ਹਾਲਾਤ ਕਾਫੀ ਠੱਲ ਪਈ ਹੋਈ ਸੀ ਪੰਜਾਬ ਤੇ ਪੰਜਾਬ ਦੇ ਲੋਕਾਂ ਨੂੰ ਸੰਤੁਸ਼ਟੀ ਵੀ ਸੀਗੀ ਕਿ ਕਿਉਡ ਵੀ ਮਾਮਲੇ ਕਾਫੀ ਹੋਏ ਨੇ, ਲੇਕਿਨ ਜੋ ਰਾਜਪੁਰਾ ਤੋਂ ਜਿਹੜੇ ਖਬਰ ਆਈ ਆ ਉਹ ਕਾਫੀ ਚਿੰਤਾਜਨਕ ਤੇ ਉਹਦੇ ਉੱਪਰ ਸਰਕਾਰ ਦੀ ਕੀ ਤਿਆਰੀ ਹੈ ਕਿ ਸਰਕਾਰ ਦਾ ਅੱਗੋਂ ਕੀ ਰੋਡ ਮੈਪ ਰਹੂਗਾ। ਸਾਡੇ ਨਾਲ ਇਸ ਵਕਤ ਤ੍ਰਿਪਤਰਿੰਦਰ ਸਿੰਘ ਬਾਜਵਾ ਨੇ। ਬਾਜਵਾ ਸਾਹਿਬ, ਕਾਫੀ ਠੱਲ ਪਈ ਹੋਈ ਸੀ, ਸਰਕਾਰ ਨੂੰ ਵੀ ਸੰਤੁਸ਼ਟੀ ਸੀਗੀ ਕਿ ਠੱਲ ਪਈ, ਕੇਸਿਸ ਜਿਹੜੇ ਨੇ ਕਿਉਡ ਵੀ ਕਾਫੀ ਹੋਏ, ਲੇਕਿਨ ਇਹ ਚਿੰਤਾਜਨਕ ਕਾਫੀ ਖਬਰ ਆਈ ਹੈ। ਦੇਖੋ ਇਹ ਬਿਮਾਰੀ ਵੈਸੇ ਹੀ ਚਿੰਤਾਜਨਕ ਹੈ ਜੀ। ਇਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਕੇਸ ਘੱਟ ਆਏ ਤੇ ਬਿਮਾਰੀ ਖਤਮ ਹੋ ਗਈ ਹੋਈ ਆ। ਇਹਦੇ ਲਈ ਬੜੀ ਲੰਬੀ ਲੜਾਈ ਲੜਨੀ ਪੈਣੀ ਆ, ਉਹਦੇ ਲਈ ਲੰਬੀ ਤਿਆਰੀ ਕਰਨੀ ਪੈਣੀ ਆ। ਜਿਹੜੀ ਤਿਆਰੀ ਲਈ ਨਾ ਮੁਲਕ ਤਿਆਰ ਸੀ, ਨਾ ਸਟੇਟਸ ਤਿਆਰ ਸੀ, ਨਾ ਦੁਨੀਆ ਤਿਆਰ ਸੀ। ਸੋ ਅਮਰੀਕਾ ਫੇਲ ਹੋ ਗਿਆ, ਇੰਗਲੈਂਡ ਫੇਲ ਹੋ ਗਿਆ, ਇਟਲੀ ਫੇਲ ਹੋ ਗਿਆ, ਅਸੀਂ ਤਾਂ ਉਹਨਾਂ ਦੇ ਮੁਕਾਬਲੇ ਕੁਛ ਨਹੀਂ। ਪਰ ਇਸ ਦੇ ਬਾਵਜੂਦ ਸਾਡੀਆਂ ਸਰਕਾਰਾਂ ਨੇ, ਦਿੱਲੀ ਸਰਕਾਰ ਨੇ, ਪੰਜਾਬ ਸਰਕਾਰ ਦੇ ਚੰਗੇ ਕਦਮਾਂ ਨਾਲ ਅਸੀਂ ਹਜੇ ਉਹਨਾਂ ਨਾਲੋਂ ਬੈਟਰ ਹਾਂ। ਪਰ ਖਤਰਾ ਟਲਿਆ ਨਹੀਂ, ਖਤਰਾ ਸਾਡੇ ਵਿੱਚ ਹੀ ਤੁਰਿਆ ਫਿਰਦਾ। ਇਸ ਦੁਸ਼ਮਣ ਦੀ ਪਛਾਣ ਕੋਈ ਨਹੀਂ ਹੈਗੀ। ਬੜਾ ਬਚ ਕੇ ਰਹਿਣ ਦੀ ਲੋੜ ਆ, ਬੜੇ ਪ੍ਰੀਕਾਸ਼ਨਸ ਲੈਣ ਦੀ ਲੋੜ ਆ, ਤੇ ਆਪਣੇ ਆਪ ਨੂੰ ਬਚਾਵਾਂਗੇ ਤੇ ਫਿਰ ਸਾਰਾ ਸਮਾਜ ਬਚੂਗਾ। ਰਾਜਪੁਰੇ 'ਚ ਲੰਗਰ ਬਣਾਉਂਦਿਆਂ ਪਤਾ ਨਹੀਂ ਕਿਹਨੂੰ ਇੱਕ ਨੂੰ ਸੀ ਬਿਮਾਰੀ, ਸਾਰੇ ਲੰਗਰ ਬਣਾਉਣ ਵਾਲਿਆਂ ਨੂੰ। ਹੁਣ ਗਾਂ ਕਿੱਥੇ ਕਿੱਥੇ ਗਈ ਆ, ਚਿੰਤਾਜਨਕ ਹੈ। ਤੇ ਸਰਕਾਰ ਦਾ ਹੁਣ ਕੀ ਰੋਡ ਮੈਪ ਹੈਗਾ ਅਗਰ ਪੂਰਾ ਓਵਰਆਲ ਦੇਖਿਆ ਜਾਏ? ਸਬ ਕਮੇਟੀਆਂ ਦੀ ਬੈਠਕ ਹੋ ਰਹੀ ਹੈ, ਕੈਪਟਨ ਸਾਹਿਬ ਦੇ ਨਾਲ 2 ਹੋ ਚੁੱਕੀਆਂ ਨੇ। ਮਨਪ੍ਰੀਤ ਬਾਦਲ ਸੰਕੇਤ ਦੇ ਚੁੱਕੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਕੋਈ ਚੰਗੇ ਨਹੀਂ ਰਹਿਣਗੇ ਪੰਜਾਬ ਦੇ। ਕੋਈ ਵਿੱਤੀ ਹਾਲਤ ਪਹਿਲੇ ਹੀ ਜਿਹੜੀ ਡੀਰੇਲ ਹੋਈ ਸੀ ਗੱਡੀ। ਠੀਕ ਗੱਲ ਹੈ, ਵਿੱਤੀ ਹਾਲਾਤ ਵੀ ਮਾੜੇ ਨੇ। ਇਨਕਮ, ਡੇਲੀ ਇਨਕਮ ਟੋਟਲ ਬੰਦ ਹੋ ਗਈ। ਸੋ ਤਿਆਰੀ ਕੋਈ ਹੈ ਹੀ ਨਹੀਂ ਸੀ, ਪਹਿਲਾਂ ਪਤਾ ਹੀ ਨਹੀਂ ਸੀ ਵੀ ਕੀ ਚੀਜ਼ ਹੈ। ਹੁਣ ਬਦਕਿਸਮਤੀ ਹੈ, ਬਿਮਾਰੀ ਵੀ ਚੀਨ ਤੋਂ ਆਈ ਆ ਤੇ ਉਹਦੇ ਨਾਲ ਲੜਨ ਦਾ ਮਟੀਰੀਅਲ ਵੀ ਚੀਨ ਤੋਂ ਆ ਰਿਹਾ। ਤੇ ਸਬ ਸਟੈਂਡਰਡ ਮਟੀਰੀਅਲ ਆਇਆ, ਜਿਹੜੀਆਂ ਸਟਿਕਸ ਹਨ ਇਮੀਡੀਏਟ ਚੈੱਕ ਕਰਨ ਵਾਲੀਆਂ, ਰੈਪਿਡ ਜਿਹੜਾ ਹੈਗਾ ਸੀਗਾ ਉਹ ਫਾਲਟੀ ਨੇ। ਸੋ ਸਮਾਂ ਲੱਗੇਗਾ ਥੋੜਾ ਜਿਹਾ ਲਾਈਨ ਤੇ ਹੁੰਦੇ ਆ, ਕੇਂਦਰ ਤੋਂ ਪਰ ਲੜਾਂਗੇ, ਤਗੜੇ ਹੋ ਕੇ ਲੜਾਂਗੇ। ਕੋਈ ਇਹ ਵੀ ਸਵਾਲ ਲੈਣ ਦੀ ਕੋਸ਼ਿਸ਼ ਕਰਿਓ। ਸਬ ਕਮੇਟੀ ਦੀ ਬੈਠਕ, ਸਬ ਕਮੇਟੀ ਦੀ ਬੈਠਕ ਹੁੰਦੀ ਆ, ਉਹਦੇ ਵਿੱਚ ਸਾਰੇ ਵਜ਼ੀਰ ਹੁੰਦੇ ਨੇ, ਵੀਡੀਓ ਕਾਨਫਰੰਸਿੰਗ ਹੁੰਦੀ ਹੈ, ਤੇ ਉਸ ਟਾਈਮ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਕਿ ਕਿਸ ਤਰ੍ਹਾਂ ਦੀ ਤਿਆਰੀ ਹੁੰਦੀ ਹੈ? ਮਾਹੌਲ ਦੇਖੋ, ਗੱਲ ਤਿਆਰੀ ਪੈਸੇ ਨਾਲ ਹੋਣੀ ਆ। ਕਿੰਨੇ ਕੁ ਪੈਸੇ ਤਾਂ ਸਾਡੇ ਕੋਲ ਨੇ ਤੁਹਾਨੂੰ ਪਤਾ, ਸਾਰਿਆਂ ਨੂੰ ਪਤਾ। ਸੈਂਟਰ ਵੱਲੋਂ ਕਿੰਨੀ ਕੁ ਮਦਦਦਾਰੀ ਸਭ ਨੂੰ ਪਤਾ। ਸੋ ਜਿੰਨੇ ਪੈਸੇ ਕੋਲ ਨੇ ਉਹਦੇ ਵਿੱਚ ਬੈਸਟ ਯੂਜ਼ ਕਰ ਰਿਹਾ ਤੇ ਕੋਸ਼ਿਸ਼ ਕਰ ਰਿਹਾ ਵੀ ਵੱਧ ਤੋਂ ਵੱਧ ਜਿਹੜੇ ਟੈਸਟ ਕੀਤੇ ਜਾਣ ਤੇ ਇਸ ਬਿਮਾਰੀ ਨੂੰ ਵੱਧ ਤੋਂ ਵੱਧ ਲੱਭ ਕੇ ਲੋਕਾਂ ਦਾ ਇਲਾਜ ਕੀਤਾ ਜਾਏ, ਲੋਕਾਂ ਦੇ ਸਾਹਮਣੇ ਲਿਆਂਦੀ ਜਾਏ। ਬਾਜਵਾ ਸਾਹਿਬ, ਸੈਂਟਰਲ ਗਵਰਨਮੈਂਟ ਦੀ ਗੱਲ ਕੀਤੀ ਹੈ, ਸਰਕਾਰ ਵੱਲੋਂ ਕਿੰਨਾ ਕੁ ਸਹਿਯੋਗ ਮਿਲ ਪਾ ਰਿਹਾ ਪੰਜਾਬ ਨੂੰ? ਤੇ ਕਿਉਂਕਿ ਇਹਦੇ ਵਿੱਚ ਵੀ ਜਿਹੜੀ ਹੈਗੀ, ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕੋਈ ਪੈਸਾ ਨਹੀਂ ਆਇਆ। ਹਰਸਿਮਰਤ ਕੌਰ ਬਾਦਲ, ਦਲਜੀਤ ਚੀਮਾ ਜਿਹੜੇ ਹੈਗੇ ਨੇ, ਉਹ ਆંકੜੇ ਦਿਖਾਉਂਦੇ ਨੇ ਕਿ 865 ਕਰੋੜ ਆਇਆ, ਫਿਰ 823 ਕਰੋੜ ਆਉਣ ਨੂੰ ਤਿਆਰ ਹੈ, ਰਿਲੀਜ਼ ਆਰਡਰ ਦਿਖਾ ਰਹੇ ਨੇ। ਇਹਦੇ ਵਿੱਚ ਕੀ ਸੱਚਾਈ ਹੈਗੀ ਹੈ? ਦੇਖੋ, ਸਾਡਾ ਆਪਣਾ GST ਦਾ ਹਿੱਸਾ ਜਿਹੜਾ ਬਣਦਾ ਉਹ ਹੀ ਸਾਰਾ ਨਹੀਂ ਆਇਆ। ਮਨਪ੍ਰੀਤ ਜੀ ਬਾਦਲ ਨੇ ਕੱਲ ਦੀ ਪ੍ਰੈਸ ਜਿਹੜੀ ਮੈਂ ਸੋਸ਼ਲ ਮੀਡੀਆ 'ਚ ਦੇਖਿਆ, ਪ੍ਰੈਸ ਕਾਨਫਰੰਸ ਕਰਕੇ ਆਖਿਆ ਵਾ ਵੀ ਬੀਬੀ ਹਰਸਿਮਰਤ ਆਪਣੇ ਬੈਸਟ ਐਫਰਟਸ ਕਰਕੇ ਜਿਹੜਾ ਸਾਡਾ 4000 ਕਰੋੜ ਬਕਾਇਆ ਵਾ GST ਦਾ, ਸਾਨੂੰ ਉਹ ਹੀ ਦਵਾ ਦੇ, ਸਾਨੂੰ ਐਕਸਟਰਾ ਮਦਦ ਨਾ ਦੇਵੇ, ਸਾਡਾ ਹੀ ਬਣਦਾ ਹਿੱਸਾ ਹੀ ਦਵਾ ਦੇ। ਹਜੇ ਤੱਕ ਤਾਂ ਸਾਨੂੰ ਉਹ ਨਹੀਂ ਮਿਲਿਆ। CM ਸਾਹਿਬ, ਮਨਪ੍ਰੀਤ ਝੂਠ ਨਹੀਂ ਮਾਰਦੇ, ਇਹੋ ਜੀ ਕੋਈ ਗੱਲ ਨਹੀਂ ਹੈਗੀ। ਜੋ ਆਏਗਾ ਇਹੀ ਲੁਕਾ ਕੇ ਤਰ੍ਹਾਂ ਸਕਨੇ ਆ। ਜਿਹੜਾ ਪੈਸਾ ਆਏਗਾ ਕੌਣ ਸਰਕਾਰ ਲੁਕਾ ਸਕਦੀ ਹੈ? ਸੋ ਬਣਦਾ ਹਿੱਸੇ 'ਚੋਂ ਕੁਝ 100, 500 ਜਾਂ 1000 ਕਰੋੜ ਦੇ ਕੇ ਆਖਣ ਅਸੀਂ ਮਦਦ ਕਰਤੀ, ਉਹ ਕਾਹਦੀ ਮਦਦ ਹੈ? GST ਸਾਡਾ ਹਿੱਸਾ ਬਣਦਾ। ਜੇ ਸਾਨੂੰ ਹਿੱਸਾ ਦੇ ਦਿੱਤਾ ਆਊਟ ਆਫ ਦੀ ਵੇ ਫੇਵਰ ਹੋ ਗਈ ਆ। ਜਦ ਵਿੱਤ ਕਮਿਸ਼ਨ ਦੇ ਪੈਸੇ ਆ ਗਏ ਤੇ ਆਊਟ ਆਫ ਦੀ ਵੇ ਫੇਵਰ ਹੋ ਗਈ ਆ। ਸੋ ਬੀਬੀ ਹਰਸਿਮਰਤ ਜਿਹੜੀ ਪਤਾ ਨਹੀਂ ਕਿਸ ਐਂਗਲ ਤੋਂ ਬੋਲ ਰਹੀ ਹੈ। ਤੇ ਵਿਸ਼ੇਸ਼ ਪੈਕੇਜ ਦੀ ਵੀ ਗੱਲ ਕੀਤੀ ਕਿ ਕੈਪਟਨ ਸਾਹਿਬ ਤੋਂ ਵਿਸ਼ੇਸ਼ ਪੈਕੇਜ ਮੰਗਿਆ ਗਿਆ, ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਦੀ ਸਿਆਸਤ ਹੋ ਰਹੀ ਹੈ, ਕੰਟਰਾਡਿਕਟ ਕੀਤਾ ਜਾ ਰਿਹਾ ਬਾਰ-ਬਾਰ, ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਸਮਾਂ ਹੈਗਾ ਸਿਆਸਤ ਕਰਨ ਦਾ? ਨਹੀਂ, ਅਨਫੋਰਚੂਨੇਟ ਸਿਆਸਤ ਕਰਨ ਦਾ ਵੇਲਾ ਨਹੀਂ। ਇਹ 'ਚ ਸਾਰੇ ਡਿਫਰੈਂਸਿਸ ਮੁਕਾ ਕੇ ਲੋਕਾਂ ਦੀ ਜਾਨ ਬਚਾਉਣ ਦਾ ਵੇਲਾ ਵਾ। ਸੋ ਜਿਹੜੇ ਸਿਆਸਤ ਕਰਦੇ ਨੇ ਉਹਨਾਂ ਨੂੰ ਬੇਨਤੀ ਆ, ਰੱਬ ਦਾ ਵਾਸਤਾ ਸਿਆਸਤ ਬੰਦ ਕਰੋ। ਆਓ, ਅਮੀਰ ਹੈ, ਗਰੀਬ ਹੈ, ਅਕਾਲੀ ਹੈ, ਕਾਂਗਰਸੀ ਹੈ, BJP ਹੈ, ਕੋਈ ਵੀ ਹੈ, ਆਓ ਪਹਿਲਾਂ ਸਾਰਿਆਂ ਦੀ ਜਾਨ ਬਚਾਈਏ, ਸਿਆਸਤ ਫਿਰ ਕਰ ਲਾਂਗੇ।
ਤੇ ਇੱਕ ਜਿਹੜੀ ਆਲ ਪਾਰਟੀ ਮੀਟਿੰਗ ਦੀ ਪਹਿਲੇ ਗੱਲ ਕੀਤੀ ਗਈ ਸੀ, ਫਿਰ ਕੈਪਟਨ ਸਾਹਿਬ ਵੱਲੋਂ ਆਲ ਪਾਰਟੀ ਮੀਟਿੰਗ ਵੀ ਰੱਖੀ ਗਈ। ਉਸ ਟਾਈਮ ਤੇ ਵਿਰੋਧੀਆਂ ਵੱਲੋਂ, ਆਮ ਆਦਮੀ ਪਾਰਟੀ ਹੋਵੇ ਭਾਵੇਂ ਅਕਾਲੀ ਦਲ ਹੋਵੇ, ਉਹਨਾਂ ਵੱਲੋਂ ਕੀ ਮੁੱਦੇ ਦੱਸੇ ਗਏ ਸੀ? ਕਿਉਂਕਿ ਉਹ ਕਹਿ ਰਹੇ ਸੀਗੇ ਕਿ ਅਸੀਂ ਸਰਕਾਰ ਦਾ ਸਹਿਯੋਗ ਕਰਨਾ ਚਾਹੁੰਦੇ। ਉਹਨਾਂ ਨੇ ਕਿਹੜੀ ਸਹਿਯੋਗ ਦੀ ਗੱਲ ਕੀਤੀ ਸੀਗੀ ਤੇ ਉਹ ਸਹਿਯੋਗ ਹਜੇ ਤੱਕ ਮਿਲਿਆ? ਮੈਂ ਉਸ ਮੀਟਿੰਗ 'ਚ ਨਹੀਂ ਸਾਂ, ਸੀਐਮ ਸਾਹਿਬ ਨਾਲ ਗੱਲ ਹੋਈ ਸੀ। ਇਹਦਾ ਜਵਾਬ ਸੀਐਮ ਸਾਹਿਬ ਦੇ ਸਕਦੇ ਨੇ ਤੇ ਮੈਨੂੰ ਨਹੀਂ ਪਤਾ। ਬਾਕੀ ਸਰਕਾਰ ਜੋ ਆਪਣੇ ਹਿਸਾਬ ਨਾਲ ਜਿੰਨਾ ਕੁ ਹੋ ਸਕਦਾ ਵਧੀਆ ਕੰਮ ਕਰ ਰਹੀ ਹੈ। ਤੇ ਇੱਕ ਸਿਆਸਤ ਦੀ ਗੱਲ ਹੋ ਰਹੀ ਹੈ ਕਿ ਹੁਣ ਹਜੂਰ ਸਾਹਿਬ ਜਿਹੜੇ ਸ਼ਰਧਾਲੂ ਫਸੇ ਹੋਏ ਨੇ, ਉਹਨੂੰ ਅਕਾਲੀ ਦਲ ਮੰਗ ਕਰ ਰਿਹਾ ਕਿ ਬੱਸਾਂ ਅਸੀਂ ਭੇਜਾਂਗੇ ਤੇ ਉਹ ਬੱਸਾਂ ਜਿਹੜੀਆਂ ਆਉਣਗੀਆਂ ਉਹਨਾਂ ਦੀ ਜਿਹੜੀ ਹੈਗੀ ਹੈ ਪੰਜਾਬ ਸਰਕਾਰ ਇਜਾਜ਼ਤ ਦੇਵੇ। ਲੇਕਿਨ ਪੰਜਾਬ ਸਰਕਾਰ, ਕੈਪਟਨ ਸਾਹਿਬ ਕਹਿ ਰਹੇ ਨੇ ਕਿ ਅਸੀਂ ਆਪ ਉਹਨਾਂ ਨੂੰ ਲੈ ਕੇ ਆਵਾਂਗੇ। ਭਗਵੰਤ ਮਾਨ ਨੇ ਵੀ ਬਿਆਨ ਦਿੱਤਾ ਹੈਗਾ ਕਿ ਉੱਥੋਂ ਜਿਹੜੇ ਮੇਰੇ ਉੱਥੋਂ ਪਾਰਲੀਮੈਂਟ ਹੈਗੇ ਨੇ ਉਹਨਾਂ ਦੇ ਦੋਸਤ ਹੈਗੇ ਨੇ, ਤੇ ਇਹਦੇ ਉੱਪਰ ਵੀ ਜਿਹੜੀ ਹੁਣ ਸਿਆਸਤ। ਦੇਖੋ ਪਹਿਲਾਂ ਤਾਂ ਕਹਿੰਦੇ ਸੀ ਬੀਬੀ ਹਰਸਿਮਰਤ ਕਹਿੰਦੀ ਸੀ ਮੈਂ ਮਨਜ਼ੂਰੀ ਲੈਤੀ, ਮਨਜ਼ੂਰੀ ਦੀ ਕੋਈ ਮਿਲੀ ਨਹੀਂ, ਸਾਹਮਣੇ ਆਈ ਨਹੀਂ। ਹੁਣ ਕੈਪਟਨ ਸਾਹਿਬ ਨੇ ਮਹਾਰਾਸ਼ਟਰ ਦੇ ਚੀਫ ਮਿਨਿਸਟਰ ਨਾਲ ਗੱਲ ਕਰਕੇ ਮਨਜ਼ੂਰੀ ਦਵਾਈ ਆ। ਹੁਣ ਸੰਗਤਾਂ ਉੱਥੋਂ ਚੱਲਣਗੀਆਂ, ਸਾਰਾ ਜੋ ਖਰਚਾ ਉਹ ਵੀ ਸਰਕਾਰ ਨੇ ਆਪ ਕਰਨਾ ਦਾ ਮਨਜ਼ੂਰ ਕੀਤਾ ਵਾ, ਇਸ ਕਰਕੇ ਉਹ ਛੇਤੀ ਆ ਜਾਣਗੇ। ਤੇ ਇੱਕ ਰੈਵਨਿਊ ਕਿਵੇਂ ਜਨਰੇਟ ਹੋਏਗਾ, ਪੰਜਾਬ ਸਰਕਾਰ ਕਿਵੇਂ ਕਰੇਗੀ? ਕਿਉਂਕਿ ਜਿਵੇਂ ਕਿ ਤੁਸੀਂ ਕਿਹਾ ਕਿ ਬੜੀ ਲੰਬੀ ਲੜਾਈ ਹੈਗੀ ਹੈ, ਤੇ ਪੰਜਾਬ ਸਰਕਾਰ ਕੀ ਰੋਡ ਮੈਪ ਬਣਾ ਰਹੀ ਕਿ ਪੈਸਾ ਕਿੱਥੋਂ ਜਨਰੇਟ ਹੋਗਾ? ਸ਼ਰਾਬ ਦੀ ਗੱਲ ਕੀਤੀ ਸੀ ਕਿ ਮਨਜ਼ੂਰੀ ਮਿਲੇ, ਉਹ ਵੀ ਹਾਸੋ ਹੀ ਨਹੀਂ ਦੱਸਦਾ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਕਿ ਸ਼ਰਾਬ ਦੁਬਾਰਾ ਪੰਜਾਬ ਨੂੰ ਨਸ਼ੇ ਦੇ ਵਿੱਚ ਡੋਬਣ ਤੇ ਕਿਉਂ ਲੱਗੇ ਹੋਏ ਨੇ। ਦੇਖੋ ਐਵੇਂ ਕਿਸੇ ਅਸਲੀਅਤ ਤੋਂ ਅੱਖਾਂ ਨਹੀਂ ਮਿਟਣੀਆਂ ਚਾਹੀਦੀਆਂ। ਅਕਾਲੀ ਦਲ ਨੂੰ ਪਤਾ, ਆਮ ਪਾਰਟੀ ਦੇ ਸ਼ਾਇਦ ਕਈ ਐਮਐਲਏ ਐਮਪੀ ਵੀ ਪੀਂਦੇ ਹੋਣਗੇ, ਸਾਡੇ ਵੀ ਕਈ ਕਾਂਗਰਸੀ ਐਮਐਲਏ ਐਮਪੀ ਪੀਂਦੇ ਹੋਣਗੇ, ਸਾਰੀ ਦੁਨੀਆ ਪੀਂਦੀ ਹੈ। ਕੋਈ ਜਿਹੜਾ ਨਹੀਂ ਪੀਂਦਾ, ਜਿਹੜਾ ਪੀਂਦਾ ਵਾ। ਪੰਜਾਬ ਦੇ ਵਿੱਚ ਜਿਹੜਾ ਵੀ ਥੋੜੀ ਬਹੁਤੀ ਚੱਲ ਹੀ ਰਹੀ ਆ, ਪਿੰਡਾਂ 'ਚ ਵੀ ਚੱਲ ਰਹੀ ਆ। ਅਸੀਂ ਕਹਿੰਦੇ ਜਦੋਂ ਨਜਾਇਜ਼ ਚੱਲਣੀ ਆ ਤੇ ਫਿਰ ਸਰਕਾਰੀ ਤੌਰ ਤੇ ਵਿਕਣੀ ਚਾਹੀਦੀ ਆ, ਫਿਰ ਉਹਦੇ ਨਾਲ ਕੋਈ ਸਰਕਾਰ ਨੂੰ ਆਮਦਨ ਹੋਏਗੀ। ਪਰ ਕਿਉਂਕਿ ਸੈਂਟਰ ਸਰਕਾਰ ਨੇ ਇਜਾਜ਼ਤ ਦਿੱਤੀ, ਇਸ ਕਰਕੇ ਕੈਪਟਨ ਸਾਹਿਬ ਨੇ ਦੁਕਾਨਾਂ ਨਹੀਂ ਖੋਲੀਆਂ। ਤੇ ਵਿਰੋਧੀਆਂ ਨੇ ਕਹਿਣਾ ਕਿ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਉਹ ਵਿਗੜ ਸਕਦੀ ਹੈ, ਕਿ ਸ਼ਰਾਬ ਪੀ ਕੇ ਹੁੱਲੜਬਾਜ਼ੀ ਹੋਏਗੀ, ਘਰਾਂ ਦੇ ਵਿੱਚ ਕਲੇਸ਼ ਹੋਣਗੇ। ਇਹ ਵੀ ਤੁਸੀਂ ਜਾਣਦੇ ਹੋ ਕਿ ਥਾਣਿਆਂ ਦੇ ਵਿੱਚ ਅੱਜ ਦੇਖੀਏ ਤਾਂ ਬਥੇਰੇ ਕੇਸਿਸ ਹੈਗੇ ਨੇ ਕਿ ਜਦੋਂ ਦਾਰੂ ਪੀ ਕੇ ਲੜਾਈ ਝਗੜਾ ਹੁੰਦਾ ਹੈ। ਦੇਖੋ ਇਹ ਤਾਂ ਸਦਾ ਹੀ ਪਹਿਲਾਂ ਚੱਲਦੀ ਰਹੀ ਹੈ, ਸ਼ਰਾਬ ਪੰਜਾਬ 'ਚ ਸਦਾ ਹੀ ਚੱਲਦੀ ਰਹੀ ਹੈ। ਜਿਨ੍ਹਾਂ ਨੇ ਝਗੜਾ ਕਰਨਾ ਬਿਨਾਂ ਸ਼ਰਾਬ ਤੋਂ ਹੀ ਕਰਦੇ ਨੇ, ਪਰ ਹਜੇ ਸੈਂਟਰ ਸਰਕਾਰ ਨੇ ਇਜਾਜ਼ਤ ਦਿੱਤੀ, ਹਜੇ ਨਹੀਂ ਖੁੱਲੇ। ਤੇ ਹੋਰ ਕੀ ਸੋਰਸਿਸ ਹੈਗੇ ਨੇ? ਤੁਹਾਡਾ ਬੜਾ ਲੰਬਾ ਤਜਰਬਾ ਹੈਗਾ, ਸੂਝਵਾਨ ਹੈਗੇ ਹੋ ਕਿ ਕਿਸ ਤਰ੍ਹਾਂ ਕਿੱਥੋਂ ਜਨਰੇਟ ਕਰੋਗੇ? ਕਿਉਂਕਿ ਅਗਰ ਲੋਕਡਾਊਨ ਵੱਧ ਜਾਂਦਾ ਹੈਗਾ ਫਿਰ ਲੋਕਾਂ ਕੋਲ ਕੀ ਆਸ ਹੈਗੀ ਹੈ, ਸਰਕਾਰ ਕੋਲੋਂ ਕੀ ਆਸ ਰੱਖ ਸਕਦੇ ਨੇ? ਪਹਿਲਾਂ ਤਾਂ ਜੀ ਜਾਨ ਬਚਾਉਣ ਦੀ ਲੜਾਈ ਆ, ਬਾਕੀ ਆਸਾਂ ਛੱਡੀਏ। ਹਰ ਇੱਕ ਬੰਦੇ ਨੂੰ ਆਪਣਾ ਹਿੱਸਾ ਪਾਉਣ ਦੀ ਲੋੜ ਆ, ਭਾਵੇਂ ਉਹ ਟੀਵੀ ਵਾਲਾ, ਭਾਵੇਂ ਉਹ ਦਰਸ਼ਕ ਹੈ, ਭਾਵੇਂ ਕੋਈ ਆ। ਹਰ ਇੱਕ ਨੂੰ ਕੁਛ ਨਾ ਕੁਛ ਸੈਕਰੀਫਾਈਸ ਕਰਨਾ ਪਊਗਾ ਇਸ ਲੜਾਈ ਦੇ ਵਿੱਚ। ਅਫਸਰ ਹੈ, ਮਜ਼ਦੂਰ ਹੈ, ਲੀਡਰ ਹੈ, ਹਰ ਇਨਸਾਨ ਨੂੰ, ਹਰ ਹਿੰਦੁਸਤਾਨੀ ਨੂੰ, ਹਰ ਪੰਜਾਬੀ ਨੂੰ ਕੋਈ ਨਾ ਕੋਈ ਸੈਕਰੀਫਾਈਸ ਕਰਕੇ ਆਪਣੇ ਖਰਚੇ ਘਟਾਉਣੇ ਪੈਣਗੇ ਤੇ ਇਸ ਲੜਾਈ ਨੂੰ ਜਿੱਤਣਾ ਪਊਗਾ। ਨਹੀਂ, ਕੁਝ ਸੋਰਸ ਜਿਵੇਂ ਸ਼ਰਾਬ ਦਾ ਇੱਕ ਸੋਰਸ ਹੋਇਆ, ਹੋਰ ਕਿਹੜੇ ਸੋਰਸਿਸ ਜਿਹੜੇ ਹੈਗੇ ਨੇ ਸਰਕਾਰ ਤਿਆਰ ਕਰਨ ਦੀ ਸੋਚ ਰਹੀ ਹੈ? ਨਹੀਂ, ਤਿਆਰ ਅਸੀਂ ਹਜੇ ਕੁਝ ਨਹੀਂ ਕਰ ਰਹੇ। ਤਾਂ ਜਿਹੜੇ ਫਾਈਨੈਂਸ ਮਿਨਿਸਟਰ ਸਾਹਿਬ ਦੱਸ ਸਕਦੇ ਜਾਂ ਸੀਐਮ ਸਾਹਿਬ ਦੱਸ ਸਕਦੇ ਨੇ, ਹਜੇ ਇਸ ਬਾਰੇ ਕੋਈ ਸਾਹਮਣੇ ਗੱਲ ਨਹੀਂ ਆਈ। ਜਦੋਂ ਗੱਲ ਆਏਗੀ ਫਿਰ ਸੀਐਮ ਸਾਹਿਬ ਅਨਾਉਂਸ ਕਰਨਗੇ। ਤੇ ਹੋਰ ਕੀ ਤਿਆਰੀਆਂ ਹੈਗੀ ਸਰਕਾਰ ਦੀ? ਤੁਸੀਂ ਜੋ ਇਸ ਵਕਤ ਹੈਲਥ ਸਿਸਟਮ ਹੈਗਾ ਉਹਦੇ ਤੋਂ ਸੰਤੁਸ਼ਟ ਹੈਗੇ ਕਿ ਜਿਹੜੀ ਪੀਪੀ ਕਿੱਟਾਂ ਹੋ ਗਈਆਂ? ਹੈਲਥ ਮਿਨਿਸਟਰ ਸਾਹਿਬ ਲੱਗੇ ਹੋਏ ਨੇ, ਬੜਾ ਵਧੀਆ ਹੈਲਥ ਡਿਪਾਰਟਮੈਂਟ ਲੱਗਾ ਹੋਇਆ, ਪਰ ਸਾਰਾ ਸਿਸਟਮ ਤੁਹਾਨੂੰ ਪਤਾ ਹੀ ਹੈ। ਲੜਾਈ ਏਡੀ ਵੱਡੀ ਆ ਗਈ ਹੈ ਵੀ ਸਾਡੇ ਹਸਪਤਾਲ ਜਾਂ ਸਾਡੀ, ਮੈਂ ਪਹਿਲਾਂ ਕਹਿ ਚੁੱਕਾ, ਸਰਕਾਰਾਂ ਤਿਆਰ ਹੀ ਨਹੀਂ ਸੀ। ਅਮਰੀਕਾ ਫੇਲ ਹੋ ਗਿਆ, ਇੰਗਲੈਂਡ ਫੇਲ ਹੋ ਗਿਆ, ਫਰਾਂਸ ਫੇਲ ਹੋ ਗਿਆ। ਸੋ ਇਸ ਕਰਕੇ ਤਿਆਰੀ ਹੁਣ ਦੁਨੀਆ ਸਾਰੇ ਥਾਂ ਜਾ ਗਈ ਹੈ। ਹੌਲੀ ਹੌਲੀ ਜੇ ਇਹਦਾ ਟੀਕਾ ਹੀ ਨਿਕਲੂਗਾ, ਕੋਈ ਦਵਾਈ ਨਿਕਲੂਗੀ, ਫੇਰ ਹੀ ਇਹਦਾ ਹੱਲ ਆ। ਨਹੀਂ ਤਾਂ ਐਡੀ ਵੱਡੀ ਲੜਾਈ ਬੜੀ ਔਖੀ ਆ ਲੜਨੀ, ਸਾਰੇ ਰਲ ਕੇ ਲੜਾਂਗੇ ਫਿਰ ਹੀ ਕੁਝ ਬਣ ਸਕਦਾ। ਬਿਲਕੁਲ, ਇਸ ਵਕਤ ਇਮੋਸ਼ਨਲ ਤਾਂ ਪੂਰਾ ਪੰਜਾਬ ਹੀ ਹੋਇਆ, ਪੂਰੀ ਦੁਨੀਆ ਹੋਈ ਪਈ ਇਸ ਵਕਤ, ਕਿਉਂਕਿ ਹਾਲਾਤ ਇਦਾਂ ਦੇ, ਲੋਕ ਵੀ ਨਹੀਂ ਜਾਣਦੇ ਕਿ ਇਹ ਹਾਲਾਤਾਂ ਨਾਲ ਕਿੱਦਾਂ ਲੜਾਂਗੇ। ਲੇਕਿਨ ਕਿਸਾਨਾਂ ਦੀ ਜੇ ਗੱਲ ਕੀਤੀ ਜਾਏ, ਤੁਹਾਡੇ ਇਲਾਕੇ ਦੇ ਵਿੱਚ ਜਿਹੜਾ ਹੈਗਾ ਕਿਸਾਨ, ਕਣਕ ਚੱਕੀ ਜਾ ਰਹੀ ਹੈ, ਲਿਫਟਿੰਗ ਹੋ ਰਹੀ ਹੈ। ਕਣਕ ਤੇ ਜਿੰਨੀ ਪਿਛਲੇ ਸਾਲ ਭਾਈ ਸਾਹਿਬ ਇਹਨਾਂ ਦਿਨਾਂ ਚ ਆਈ ਸੀ, ਉਧਰ 2 ਗੁਣਾ ਵੱਧ ਆ ਗਈ ਆ ਤੇ ਚੁੱਕੀ ਜਾ ਰਹੀ, ਖਰੀਦੀ ਜਾ ਰਹੀ ਹੈ। ਕਣਕ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਨਾ ਆਏਗੀ। ਇੱਕ ਇੱਕ ਦਾਣਾ ਸਰਕਾਰ ਚੁੱਕੇਗੀ, ਕਿਸਾਨ ਦਾ ਕੋਈ ਪ੍ਰੋਬਲਮ ਨਹੀਂ ਆਏਗੀ। ਤੇ ਨਹੀਂ, ਵਿਰੋਧੀ ਕਹਿ ਰਹੇ ਨੇ ਕਿ ਸਰਕਾਰ ਜਿਹੜੀ ਫੇਲ ਸਾਬਤ ਹੋ ਰਹੀ, ਜਿਹੜੇ ਪਾਸਿਸ ਦੇ ਕੀਤੇ ਸੀ ਉਹ ਕਿਸਾਨਾਂ ਤੱਕ ਪਹੁੰਚ ਨਹੀਂ ਪਾਏ ਹੈਗੇ। ਵਿਰੋਧੀਆਂ ਨੇ ਤਾਂ ਜੋ ਕਹਿਣਾ ਕਹੀ ਜਾਣ, ਮੈਂ ਕਹਿ ਰਿਹਾ ਪਿਛਲੇ ਸਾਲ ਨਾਲੋਂ 2 ਗੁਣਾ ਵੱਧ ਕਣਕ ਆ ਗਈ ਆ ਤੇ ਖਰੀਦ ਹੋ ਗਈ ਆ।
ਉਹ ਕਿਸ ਤਰ੍ਹਾਂ ਹੋ ਗਈ ਆ। ਸੋ ਅਸੀਂ ਸਮਝਦੇ ਸਾਂ ਵੀ ਸ਼ਾਇਦ ਇਹ 15 ਜੂਨ ਤੱਕ ਜਾਏਗਾ ਸੀਜ਼ਨ। ਮੇਰਾ ਖਿਆਲ ਹੈ 1 ਜੂਨ ਵੀ ਨਹੀਂ ਆਉਣੀ, ਉਦੋਂ ਪਹਿਲਾਂ ਹੀ ਸੀਜ਼ਨ ਮੁੱਕ ਜਾਣਾ। ਸੋ ਵਿਰੋਧੀ ਪਾਰਟੀਆਂ ਦੀ ਗੱਲ ਛੱਡੋ, ਕਿਸਾਨ ਦਾ ਇੱਕ ਦਾਣਾ ਚੁੱਕਿਆ ਜਾ ਰਿਹਾ ਤੇ ਕੋਈ ਕਣਕ ਜਿਹੜੀ ਆ ਰੁਲਦੀ ਨਹੀਂ ਪਈ। ਬੜੇ ਵਧੀਆ ਤਰੀਕੇ ਨਾਲ ਸਾਡਾ ਸਿਵਲ ਸਪਲਾਈ ਡਿਪਾਰਟਮੈਂਟ ਕੰਮ ਕਰ ਰਿਹਾ। ਕੈਪਟਨ ਸਾਹਿਬ ਦੀ ਡਾਇਰੈਕਸ਼ਨ ਥੱਲੇ ਸਾਰਾ ਕੰਮ ਬਹੁਤ ਵਧੀਆ ਚੱਲ ਰਿਹਾ। ਤੇ ਹਰਸਿਮਰਤ ਕੌਰ ਬਾਦਲ ਨੂੰ ਸੁਖਬੀਰ ਬਾਦਲ ਹੋਣ ਉਹ ਸਾਫ਼ ਕਹਿ ਰਹੇ ਨੇ, ਕਹਿੰਦੇ ਜਿਹੜੇ ਕੇਂਦਰ ਸਰਕਾਰ ਵੱਲੋਂ ਰਾਸ਼ਨ ਆਏ ਸੀਗੇ ਹਜੇ ਤੱਕ ਉਹ ਰਾਸ਼ਨ ਵੀ ਨਹੀਂ ਚੱਕ ਕੇ ਲੋਕਾਂ ਤੱਕ ਸਰਕਾਰ ਪਹੁੰਚਾ ਪਾ ਰਹੀ। ਚਲੋ ਕੋਈ ਨਹੀਂ ਜੀ, ਉਹਨਾਂ ਜੋ ਕਹਿਣਾ ਕਹੀ ਜਾਣਾ। ਅਸੀਂ ਆਪਣਾ ਕੰਮ ਬੜਾ ਵਧੀਆ ਕਰ ਰਹੇ ਹਾਂ। ਨਹੀਂ ਫਿਰ ਵੀ ਪਹੁੰਚ ਰਿਹਾ ਰਾਸ਼ਨ, ਪਹੁੰਚ ਰਿਹਾ। ਕੋਈ ਬੰਦਾ ਭੁੱਖਾ ਹੈ ਪੰਜਾਬ 'ਚ ਨਹੀਂ ਸੌਂਦਾ ਤੇ ਰਾਸ਼ਨ ਹਰ ਥਾਂ ਸਰਕਾਰ ਪਹੁੰਚਾ ਰਹੀ ਹੈ। ਲੇਕਿਨ ਲਗਾਤਾਰ ਫਿਰ ਕਿਉਂ ਸਰਕਾਰ ਨੂੰ ਨਿਸ਼ਾਨੇ ਤੇ ਲਿੱਤਾ ਜਾ ਰਿਹਾ ਹੈ? ਮੈਂ ਫੇਰ ਵੀ ਗੱਲ ਕਰੀ ਵੇਲੇ ਕੀ ਕਰਨ ਜੀ? ਤੇ ਤੁਹਾਡਾ ਖਿਆਲ ਉਹ ਆਪੋਜੀਸ਼ਨ ਵਾਲੇ ਸਰਕਾਰ ਦੀ ਤਾਰੀਫ ਕਰਦੇ ਹੁੰਦੇ ਆ। ਉਹਨਾਂ ਨੇ ਜੋ ਕਰਨਾ ਕਰੀ ਜਾਣਾ ਵਾ, ਕੋਈ ਗੱਲ ਨਹੀਂ, ਪਰ ਅਸੀਂ ਆਪਣੀ ਡਿਊਟੀ ਬਾਖੂਬੀ ਭੁਗਤਾ ਰਹੇ ਹਾਂ। ਨਹੀਂ ਤੁਸੀਂ ਸੰਤੁਸ਼ਟ ਹੈਗੇ ਆਪਣੀ ਸਰਕਾਰ ਤੋਂ ਕਿ ਜੋ ਪਹੁੰਚਣਾ ਚਾਹੀਦਾ? ਕਿਉਂਕਿ ਤੁਸੀਂ ਵੀ ਸਰਕਾਰ ਦੇ ਅਗਰ ਸੰਤੁਸ਼ਟੀ ਨਹੀਂ ਹੁੰਦੀ ਤੁਸੀਂ ਸਾਫ਼ ਬੋਲਦੇ ਹੋ, ਕੈਮਰੇ ਅੱਗੇ ਤੁਸੀਂ ਸਾਫ਼ ਬੋਲਦੇ ਰਹੇ ਹੋ। ਸੰਤੁਸ਼ਟਾਂ ਜੀ, ਸੰਤੁਸ਼ਟਾਂ। ਇੱਕ ਇੱਕ ਦਾਣਾ ਹਰ ਬੰਦੇ ਕੋ ਪਹੁੰਚ ਰਿਹਾ, ਹਰ ਗਰੀਬ ਕੋ ਪਹੁੰਚ ਰਿਹਾ, ਜਿੱਥੇ ਲੋੜ ਆ ਉੱਥੇ ਪਹੁੰਚ ਰਿਹਾ। ਤੇ ਮਤਲਬ ਕਿ ਰਾਜਨੀਤੀ ਦਾ ਇਸ ਵਕਤ ਸਮਾਂ ਨਹੀਂ ਹੈਗਾ ਕਿ ਨਹੀਂ, ਕੋਈ ਰਾਜਨੀਤੀ ਦਾ ਸਮਾਂ ਨਹੀਂ। ਉਹਨਾਂ ਸੱਜਣਾ ਨੂੰ ਸੋਚਣਾ ਚਾਹੀਦਾ ਇੱਥੇ ਹੁਣ ਵੇੜਾ ਜਾਨ ਬਚਾਉਣ ਦਾ ਵਾ, ਰਾਜਨੀਤੀ ਕਰਨ ਦਾ ਨਹੀਂ। ਤੇ ਹੋਰ ਤੁਸੀਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਸੰਦੇਸ਼ ਦੀ ਗੱਲ ਨਹੀਂ, ਤੇ ਹਰ ਬੰਦਾ ਸਮਝ ਗਿਆ ਵੀ ਜਾਂ ਆਪਣੀ ਜਾਨ ਬਚਾਓ, ਪਰਹੇਜ਼ ਰੱਖੋ। ਜੋ ਰਿਸਟ੍ਰਿਕਸ਼ਨਸ ਦੱਸੀਆਂ ਨੇ, ਜੋ ਪਰਹੇਜ਼ ਦੱਸੇ ਨੇ ਉਹ ਕਰੋ। ਉਹਦੇ ਨਾਲ ਜੇ ਅਸੀਂ ਆਪਣਾ ਪਰਹੇਜ਼ ਰੱਖਾਂਗੇ ਤਾਂ ਫਿਰ ਸਮਾਜ ਬਚਿਆ ਰਹੇਗਾ। ਤੁਸੀਂ ਕਿਤੇ ਵੀ ਗਲਤੀ ਕਰਾਂਗੇ ਉਹ ਸ਼ਾਇਦ ਪਤਾ ਨਹੀਂ ਕਿੰਨੀਆਂ ਕੁ ਨੂੰ ਭੁਗਤਣੀ ਪੈ ਜੇ। ਇਸ ਕਰਕੇ ਹਰ ਇੱਕ ਨੂੰ ਆਪਣੀ ਡਿਊਟੀ ਆਪਣੇ ਤਾਂ ਭੁਗਤਾਉਣੀ ਚਾਹੀਦੀ। ਜੀ ਬਿਲਕੁਲ ਕ੍ਰਿਸ਼ਨ, ਜਿਵੇਂ ਕਿ ਬਾਜਵਾ ਸਾਹਿਬ ਨਾਲ ਗੱਲ ਹੋਈ, ਉਹਨਾਂ ਦਾ ਕਹਿਣਾ ਹੈਗਾ ਕਿ ਰਾਜਨੀਤੀ ਦਾ ਸਮਾਂ ਨਹੀਂ ਹੈਗਾ, ਭਾਵੇਂ ਉਹ ਹਜੂਰ ਸਾਹਿਬ ਤੋਂ ਜਿਹੜੀਆਂ ਬੱਸਾਂ ਦਾ ਮਾਮਲਾ ਹੈਗਾ ਉਹ ਹੋਵੇ ਜਾਂ ਫਿਰ ਜਿਹੜਾ ਰਾਸ਼ਨ ਇੱਕ ਫੰਡਾਂ ਦਾ ਜ਼ਿਕਰ ਬਹੁਤ ਜ਼ਿਆਦਾ ਹੁੰਦਾ ਹੈ। ਅੱਜ ਵੀ ਕਾਫੀ ਸਿਆਸਤ ਭਖੀ ਇਸ ਮਸਲੇ ਤੇ। ਅਸੀਂ ਜਦੋਂ ਜਾਣਨ ਦੀ ਕੋਸ਼ਿਸ਼ ਕੀਤੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰਾਂ ਨਾਲ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੀਐਮ ਮੋਦੀ ਨੂੰ ਚਿੱਠੀ ਲਿਖੀ ਗਈ ਕਿ ਬਿਜਲੀ ਦਾ ਜੋ ਸੰਕਟ ਹੈ ਉਸ ਕ੍ਰਾਈਸਿਸ ਚੋਂ ਕਿਸ ਤਰ੍ਹਾਂ ਨਿਕਲਿਆ ਜਾਵੇ, ਕਿਤੇ ਨਾ ਕਿਤੇ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਗਈ ਹੈ। ਪਰ ਬੀਜੇਪੀ ਦੇ ਸੀਨੀਅਰ ਲੀਡਰ ਇਹੀ ਚੀਜ਼ ਦਾ ਹਵਾਲਾ ਦਿੰਦੇ ਨੇ ਕਿ ਫੰਡ ਪੰਜਾਬ ਭੇਜ ਦਿੱਤਾ ਗਿਆ, ਜੋ ਗ੍ਰਾਂਟ ਸੀ ਉਹ ਵੀ ਭੇਜ ਦਿੱਤੀ ਗਈ। ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਵਾਰ-ਵਾਰ ਹਰ ਇੱਕ ਪਹਿਲੂ ਤੋਂ ਸਰਕਾਰ ਨੂੰ ਜਾਣੂ ਕਰਵਾਉਂਦੇ ਨੇ, ਕੇਂਦਰ ਸਰਕਾਰ ਨੂੰ। ਪਰ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੇ ਅਜਿਹੇ ਬਿਆਨ ਨੂੰ ਮੰਤਰੀ ਸਾਹਿਬ ਕਿਹੜੇ ਨਜ਼ਰੀਏ ਨਾਲ ਸਮਝਦੇ ਨੇ? ਕਿਤੇ ਨਾ ਕਿਤੇ ਤਾਂ ਪੰਜਾਬ ਇਕਾਈ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਸ ਨੂੰ ਸਰਕਾਰ ਦੇ ਨਾਲ ਮੋਢਾ ਜੋੜ ਕੇ ਚੱਲਣ ਦੀ ਜ਼ਰੂਰਤ ਹੈ। ਤੇ ਇਸ ਬਿਆਨ ਨੂੰ ਪੁੱਛਣ ਦੀ ਕੋਸ਼ਿਸ਼ ਜ਼ਰੂਰ ਕਰੋ ਕਿ ਕਿਹੜੇ ਨਜ਼ਰੀਏ ਨਾਲ ਮੰਤਰੀ ਸਾਹਿਬ ਸਮਝਦੇ ਨੇ। ਜੀ ਮੰਤਰੀ ਸਾਹਿਬ, ਇੱਕ ਹੁਣ ਸੰਕਟ ਹੋਰ ਵੀ ਆ ਰਿਹਾ, ਬਿਜਲੀ ਦਾ ਸੰਕਟ, ਕਿ ਉਹ ਪਹਿਲੇ ਵਿਵਾਦਾਂ ਦੇ ਵਿੱਚ ਸੀਗਾ ਤੇ ਹੁਣ ਕੈਪਟਨ ਸਾਹਿਬ ਨੇ ਵਿਸ਼ੇਸ਼ ਪੈਕੇਜ ਮੰਗਿਆ ਕੇਂਦਰ ਸਰਕਾਰ ਤੋਂ। ਤੇ ਹੁਣ ਬੀਜੇਪੀ ਦੇ ਸੀਨੀਅਰ ਲੀਡਰ ਨੇ, ਉਹਨਾਂ ਦਾ ਕਹਿਣਾ ਹੈਗਾ ਕਿ ਸਰਕਾਰ ਨੂੰ ਪੈਕੇਜ ਲਗਾਤਾਰ ਜਾ ਰਹੇ ਨੇ, ਕਿ ਅੱਜ ਲੋੜ ਹੈਗੀ ਹੈ ਕਿ ਬੀਜੇਪੀ ਨੂੰ ਕਾਂਗਰਸ ਸਰਕਾਰ ਦੀ ਪੰਜਾਬ 'ਚ ਵਿਤਕਰਾ ਨਹੀਂ ਕਰਨਾ ਚਾਹੀਦਾ, ਕਿ ਮੋਢੇ ਨਾਲ ਮੋਢਾ ਲਾ ਕੇ ਉਹ ਸਾਰੇ ਸਿਸਟਮ ਦੇਖਣੇ ਚਾਹੀਦੇ ਕਿ ਜਿਸ ਤਰ੍ਹਾਂ ਲੋਕਾਂ ਨੂੰ ਰਾਹਤ ਮਿਲ ਸਕੇ। ਦੇਖੋ, ਮੈਂ ਤਾਂ ਪਹਿਲਾਂ ਆਖਿਆ ਵੀ ਕਿਸੇ ਨੂੰ ਸਿਆਸਤ ਨਹੀਂ ਕਰਨੀ ਚਾਹੀਦੀ ਇਸ ਵੇਲੇ, ਭਾਵੇਂ ਬੀਜੇਪੀ ਹੈ, ਭਾਵੇਂ ਅਕਾਲੀ ਹੈ, ਭਾਵੇਂ ਆਮ ਪਾਰਟੀ ਆ। ਕੈਪਟਨ ਸਾਹਿਬ ਜੋ ਕਹਿ ਰਹੇ ਨੇ ਠੀਕ ਕਹਿ ਰਹੇ। ਮਹਿਕਮਾ ਪਾਵਰ ਦਾ ਉਹਨਾਂ ਕੋਲ ਆ, ਉਹਨਾਂ ਨੂੰ ਸਮਝ ਆ ਵੀ ਕੀ ਗੱਲ ਹੈਗੀ ਆ। ਉਹਨਾਂ ਜੋ ਪੈਕੇਜ ਮੰਗਿਆ ਬੜਾ ਸੋਚ ਸਮਝ ਕੇ ਮੰਗਿਆ ਤੇ ਬੀਜੇਪੀ ਨੂੰ ਪੰਜਾਬ ਦੇ ਵਿੱਚ ਇਸ ਕੈਪਟਨ ਸਾਹਿਬ ਦੀ ਮੰਗ ਨੂੰ ਸਪੋਰਟ ਕਰਨੀ ਚਾਹੀਦੀ ਹੈ। ਨਹੀਂ, ਬਿਜਲੀ ਸੰਕਟ ਵੀ ਗਹਿਰਾ ਸਕਦਾ ਪੰਜਾਬ ਦੇ ਉੱਪਰ, ਕਿਉਂਕਿ ਲੋਕਡਾਊਨ ਜਿਵੇਂ ਹੈਗਾ ਕਿ ਉਹ ਵਾਧਾ ਨਜ਼ਰ ਆ ਰਿਹਾ। 18 ਮਾਮਲੇ ਰਾਜਪੁਰੇ ਤੋਂ ਆ ਗਏ, ਯਾਨੀ ਕਿਤੇ ਨਾ ਕਿਤੇ ਪੋਜੀਸ਼ਨ ਜਿਹੜੀ ਹੈ ਉਹ ਕ੍ਰਿਟੀਕਲ ਹੁੰਦੀ ਹੋਈ ਨਜ਼ਰ ਆ ਰਹੀ ਹੈ। ਬਿਲਕੁਲ ਆ ਰਹੀ ਹੈ ਜੀ, ਪਰ ਜੂ ਸਾਹਮਣੇ ਆਏਗੀ, ਜੂ ਡਿਫਿਕਲਟੀ ਸਾਹਮਣੇ ਆਉਣਗੀਆਂ, ਫਿਰ ਉਸ ਹਿਸਾਬ ਨਾਲ ਉਹਨੂੰ ਟੈਕਲ ਕਰਾਂਗੇ। ਨਹੀਂ, ਕੇਂਦਰ ਸਰਕਾਰ ਤੋਂ ਸਹਿਯੋਗ ਮਿਲ ਨਹੀਂ ਪਾ ਰਿਹਾ, ਪੰਜਾਬ ਦੇ ਵਿੱਚ ਰੈਵਨਿਊ ਜਨਰੇਟ ਨਹੀਂ ਹੋ ਪਾ ਰਿਹਾ, ਫਿਰ ਇਹ ਆਰਥਿਕ ਸੰਕਟ ਤੋਂ ਕਿਵੇਂ ਨਿਕਲਿਆ ਜਾਏਗਾ? ਕੋਈ ਨਹੀਂ ਨਿਕਲਾਂਗੇ ਜੀ, ਕਿਸੇ ਤਰ੍ਹਾਂ ਵੀ ਕੁਝ ਕਰੀਏ ਨਿਕਲਾਂਗੇ, ਕੋਈ ਗੱਲ ਨਹੀਂ ਗੀ। ਤੁਸੀਂ ਘਾਬਰੋ ਨਾ, ਲੋਕ ਘਾਬਰਨ ਨਾ, ਨਿਕਲਾਂਗੇ ਇਸ ਗੱਲ 'ਚੋਂ ਤੇ ਕਿਸੇ ਨੂੰ ਭੁੱਖਾ ਨਹੀਂ ਸੌਣ ਦਿਆਂਗੇ। ਵੱਧ ਤੋਂ ਵੱਧ ਜਿਹੜਾ ਕੰਫਰਟਸ ਦੇਣ ਦੀ ਕੋਸ਼ਿਸ਼ ਕਰਾਂਗੇ, ਲੋਕਾਂ ਨੂੰ ਸੁੱਖ ਦੇਣ ਦੀ ਕੋਸ਼ਿਸ਼ ਕਰਾਂਗੇ। ਜੋ ਜ਼ਰੂਰਤ ਨੇ ਪਹਿਲਾਂ ਉਹ ਦੇਣੀਆਂ ਸਾਡਾ ਫਰਜ਼ ਬਣਦਾ, ਉਹ ਦੇ ਰਹੇ ਹਾਂ ਤੇ ਸ਼ਾਇਦ ਦਿੰਦੇ ਰਵਾਂਗੇ। ਜੀ ਬਿਲਕੁਲ। ਤੇ ਕ੍ਰਿਸ਼ਨ, ਇਸ ਮੁੱਦੇ ਤੇ ਵੀ ਜਿਹੜਾ ਸਰਕਾਰ ਅਗਰ ਗੱਲ ਕੀਤੀ ਜਾਏ ਪੰਜਾਬ ਦੇ ਵਿੱਚ ਸਿਰਫ ਆਸ਼ਵਾਸਨ ਜਿਹੜਾ ਹੈਗਾ ਉਹ ਦਿੰਦੀ ਹੋਈ ਨਜ਼ਰ ਆ ਰਹੀ ਹੈ, ਕਿ ਆਸ਼ਵਾਸਨ ਜਿਹੜਾ ਲੋਕਾਂ ਨੂੰ ਕਿ ਭੁੱਖੇ ਨਹੀਂ ਸੌਣ ਦਿੱਤਾ ਜਾਏਗਾ, ਹਰ ਮਸਲੇ ਦੇ ਉੱਪਰ ਜਿਹੜਾ ਚੰਗੇ ਤਰੀਕੇ ਜਿਹੜਾ ਨਜਿੱਠਿਆ ਜਾਏਗਾ। ਲੇਕਿਨ ਸਵਾਲ ਇਹ ਉੱਠਦੇ ਨੇ ਕਿ ਕੇਂਦਰ ਸਰਕਾਰ ਦੇ ਵਿੱਚ ਜਿਹੜੇ ਪਾਲੇ ਦੇ ਵਿੱਚ ਗੇਂਦ ਸੁੱਟੀ ਜਾਂਦੀ ਹੈ, ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਵਿੱਚ ਜਿਹੜੀ ਹੈ ਗੇਂਦ ਸੁੱਟਤੀ ਜਾਂਦੀ ਹੈ, ਲੇਕਿਨ ਆਖਿਰ ਪੰਜਾਬ ਦੀ ਜਨਤਾ ਕੀ ਸਮਝੇ ਕਿ ਆਖਿਰ ਉਹਨਾਂ ਨੂੰ ਕਿਵੇਂ ਰਾਹਤ ਮਿਲੇਗੀ? ਸਰਕਾਰ ਵੱਲੋਂ ਭਾਵੇਂ ਰਾਹਤ ਦਿੱਤੀ ਜਾ ਰਹੀ ਹੈ, ਲੇਕਿਨ ਜਿਵੇਂ ਸਥਿਤੀ
ਕ੍ਰਿਟੀਕਲ ਹੁੰਦੀ ਜਾ ਰਹੀ ਹੈ। ਆਖਿਰ ਸਰਕਾਰ ਆਪਣੇ ਰੈਵਨਿਊ ਕਿੱਦਾਂ ਜਨਰੇਟ ਕਰੇਗੀ, ਸਰਕਾਰ ਵੀ ਚਿੰਤਨ ਦੇ ਵਿੱਚ ਹੈਗੀ ਹੈ ਕਿ ਆਖਿਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਏਗਾ, ਕਿਉਂਕਿ ਪੈਸਾ ਤਾਂ ਸਰਕਾਰ ਕੋਲ ਆ ਨਹੀਂ ਰਿਹਾ। ਭਾਵੇਂ ਬਿਜਲੀ ਦੇ ਜਿਹੜੇ ਆਉਂਦੇ ਸੀਗੇ, ਉਹ ਹੋਰ ਟੈਕਸਿਸ ਆਉਂਦੇ ਸੀਗੇ, GST ਆਉਂਦਾ ਸੀਗਾ, ਉਹ ਸਾਰੇ ਉੱਪਰ ਜਿਹੜੀ ਹੈ ਇਸ ਵਕਤ ਠੱਲ ਪਈ ਹੋਈ ਹੈ। ਤੇ ਹੁਣ ਵੇਖਣ ਵਾਲੀ ਗੱਲ ਹੈ ਕਿ ਸਰਕਾਰ ਇਹਦੇ ਵਿੱਚੋਂ ਕਿਸ ਤਰ੍ਹਾਂ ਨਿਕਲਦੀ ਹੈ। ਜੀ ਤਪਿਨ, ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਦੇ ਲਈ। ਸਾਡੇ ਪੱਤਰਕਾਰ ਤਪਿਨ ਮਲਹੋਤਰਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਹਰ ਸੰਕਟ ਦੇ ਵਿੱਚੋਂ ਪੰਜਾਬ ਸਰਕਾਰ ਨਿਕਲੇਗੀ, ਪਰ ਕਿਤਨਾ ਕਿਤੇ ਕੇਂਦਰ ਸਰਕਾਰ ਨੂੰ ਫੰਡ ਹੈ ਜਿਹੜਾ ਉਹ ਦੇਣਾ ਚਾਹੀਦਾ ਤਾਂ ਜੋ ਇਸ ਸੰਕਟ ਦੀ ਸਥਿਤੀ ਦੇ ਵਿੱਚ ਪੰਜਾਬ ਸਰਕਾਰ ਕਿਸੇ ਨਾ ਕਿਸੇ ਉਸ ਫੰਡ ਨੂੰ ਯੂਟਿਲਾਈਜ਼ ਕਰ ਸਕੇ। ਪਰ ਬੀਜੇਪੀ ਦੇ ਸੀਨੀਅਰ ਲੀਡਰ ਕਹਿੰਦੇ ਨੇ ਕਿ ਹਮੇਸ਼ਾ ਜਿਹੜੀ ਰਾਸ਼ੀ ਹੈ ਕੇਂਦਰ ਤੋਂ ਉਹ ਹਮੇਸ਼ਾ ਪੰਜਾਬ ਭੇਜੀ ਗਈ ਹੈ, ਪਰ ਕਿਤੇ ਨਾ ਕਿਤੇ ਵੰਡਣ ਦੇ ਵਿੱਚ ਕਮੀ ਹੈ। ਤਾਂ ਪਿੰਨ ਬਹੁਤ ਬਹੁਤ ਧੰਨਵਾਦ ਸਾਨੂੰ ਜਾਣਕਾਰੀ ਦੇਣ ਦੇ ਲਈ।